Hello students, once again welcome to my YouTube channel. Today I am discuss about the introduction of India class 10th SST's geography parts lesson number 1. This is second part of this video. First part I was uploading yesterday. In this video I will talk about their left question answers, which is up to 16 and onwards question answer we are discussing about in this video. And also I will also show your answer key of the 10 question answer which has given to my last video, and my first video's link I will also be given in this video's description box. You will also be listen first video to click on that link. ਜਿਹੜੇ ਅਸੀਂ ਪਹਿਲੀ ਪਾਰਟ ਦੀ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਪੂਰੇ ਲੈਸਨ ਦੀ ਟ੍ਰਾਂਸਲੇਸ਼ਨ ਦੱਸੀ ਸੀ। ਉਹਦੇ ਵਿੱਚੋਂ ਲਾਸਟ ਦੇ ਵਿੱਚ ਚੈਪਟਰ ਬੇਸ 10 ਕੁਐਸਚਨ ਦਿੱਤੇ ਸੀ, ਉਹਦੀ ਆਨਸਰ ਕੀ ਮੈਂ ਇਸ ਵੀਡੀਓ ਦੇ ਵਿੱਚ ਅਪਲੋਡ ਕਰ ਰਿਹਾ ਹਾਂ। ਤੇ ਜਿਹੜੇ ਬੱਚਿਆਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹ ਮੈਂ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਪਾ ਦਾਂਗਾ, ਤੁਸੀਂ ਉੱਤੇ ਕਲਿੱਕ ਕਰਕੇ ਉਹ ਵੀਡੀਓ ਦੁਬਾਰਾ ਦੇਖ ਸਕਦੇ ਹੋ। ਗੱਲ ਕਰੀਏ ਵੈਰੀ ਸ਼ਾਰਟ ਕੁਐਸਚਨਸ ਦੀ। ਫਸਟ ਸੀਗਾ ਵੀ ਇੰਡੀਆ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਅਕੋਰਡਿੰਗ ਕਿਵੇਂ ਵੰਡਿਆ ਗਿਆ, ਤਾਂ ਉਹਨੂੰ 28 ਸਟੇਟਸ ਤੇ 9 ਯੂਨੀਅਨ ਟੈਰੀਟਰੀਜ਼ ਦੇ ਵਿੱਚ ਵੰਡਿਆ ਗਿਆ। ਪਹਿਲਾਂ ਕਿੰਨੀਆਂ ਸੀ 29 ਸੀਗੀਆਂ, ਹੁਣ 28 ਰਹਿ ਗਈਆਂ ਨੇ। 2 ਯੂਨੀਅਨ ਟੈਰੀਟਰੀਜ਼ ਇਨਕਰੀਜ਼ ਹੋ ਗਈਆਂ, ਕਿਹੜੀਆਂ ਨੇ ਜੰਮੂ ਐਂਡ ਕਸ਼ਮੀਰ ਐਂਡ ਲੇਹ ਲਦਾਖ। ਸੈਕਿੰਡ ਦਾ ਵੀ ਜਿਹੜਾ ਆਨਸਰ ਆ ਉਹ ਸੇਮ ਹੈ। ਫਿਰ ਸੀਗਾ ਵੀ ਇੰਡੀਆ ਕਿਹੜੇ ਕੰਟੀਨੈਂਟ ਦੇ ਵਿੱਚ ਆ, ਏਸ਼ੀਆ ਦੇ ਕੰਟੀਨੈਂਟ ਦੇ ਵਿੱਚ ਆ, ਤੇ ਕਿੰਨਾ ਏਰੀਆ ਕਵਰ ਕਰਦੀ ਹੈ 2.5% ਆਫ ਦੀ ਟੋਟਲ ਏਰੀਆ ਆਫ ਦੀ ਵਰਲਡ ਉਹ ਕਵਰ ਕਰਦੀ ਆ। ਤੇ ਰੈਂਕ ਦੇ ਏਰੀਆ ਦੇ ਅਕੋਰਡਿੰਗ ਇੰਡੀਆ ਦਾ ਕਿਹੜਾ ਰੈਂਕ ਆ 7th ਰੈਂਕ ਆ। ਪੋਪੂਲੇਸ਼ਨ ਦੇ ਅਕੋਰਡਿੰਗ ਸੈਕਿੰਡ ਰੈਂਕ ਆ, ਤੇ ਏਰੀਆ ਦੇ ਅਕੋਰਡਿੰਗ 7th ਰੈਂਕ ਆ। ਸਾਕ ਦੀ ਫੁੱਲ ਫਾਰਮ ਕੀ ਸੀਗੀ, ਸਾਊਥ ਏਸ਼ੀਆ ਐਸੋਸੀਏਸ਼ਨ ਫਾਰ ਰੀਜਨਲ ਕਾਰਪੋਰੇਸ਼ਨ। ਜਿਹਦੇ ਵਿੱਚ ਕਿੰਨੀਆਂ ਕੰਟਰੀਜ਼ ਨੇ 8 ਕੰਟਰੀਜ਼ ਨੇ ਏਸ਼ੀਆ ਦੀਆਂ, ਜਿਹੜੇ ਕਿ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਲਈ ਇਹਨਾਂ ਨੇ ਇੱਕ ਜਿਹੜੀ ਆਰਗੇਨਾਈਜੇਸ਼ਨ ਆ ਬਣਾਈ ਆ। ਨੈਕਸਟ ਹੈਗਾ ਏਰੀਆ ਦੇ ਅਕੋਰਡਿੰਗ ਸਭ ਤੋਂ ਵੱਡੀ ਕੰਟਰੀ ਕਿਹੜੀ ਆ, ਰਸ਼ੀਆ ਵਾ। ਰਸ਼ੀਆ ਫਸਟ ਨੰਬਰ 'ਤੇ ਆਉਂਦਾ ਵਾ। ਸੈਕਿੰਡ ਦੇ ਉੱਤੇ ਕੈਨੇਡਾ, ਥਰਡ ਦੇ ਉੱਤੇ ਚਾਈਨਾ, ਫੋਰਥ ਦੇ ਉੱਤੇ ਯੂਨਾਈਟਡ ਸਟੇਟਸ, ਫਿਰ ਫਿਫਥ ਦੇ ਉੱਤੇ ਆਸਟ੍ਰੇਲੀਆ, ਸੋ ਔਨ ਐਂਡ ਇੰਡੀਆ ਦਾ ਰੈਂਕ ਕਿਹੜਾ ਵਾ 7th। ਤੇ ਸਭ ਤੋਂ ਸਮੋਲੈਸਟ ਸਟੇਟ ਕਿਹੜੀ ਹੈ ਇੰਡੀਆ ਦੀ, ਗੋਆ ਵਾ। ਇੰਡੀਆ ਤੇ ਚਾਈਨਾ ਦੇ ਵਿੱਚ ਜਿਹੜੀ ਲਾਈਨ ਆ ਉਹਨੂੰ ਬਾਉਂਡਰੀ ਲਾਈਨ ਨੂੰ ਕੀ ਕਹਿੰਦਾ, ਮੈਕਮੋਹਨ ਲਾਈਨ ਆ ਉਹਦਾ ਨਾਮ ਆ। ਨੈਕਸਟ ਹੈਗਾ ਵੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਟਡ ਸਟੇਟ ਕਿਹੜੀ ਆ, ਉੱਤਰ ਪ੍ਰਦੇਸ਼ ਹੈ। ਤੇ ਸਭ ਤੋਂ ਘੱਟ ਪੋਪੂਲੇਟਡ ਸਟੇਟ ਕਿਹੜੀ ਆ, ਸਿੱਕਿਮ ਹੈ। ਤੇ ਇੰਡੀਆ ਦੀ ਜਿਹੜੇ ਨਾਰਥ ਤੋਂ ਸਾਊਥ ਦੇ ਵਿੱਚ ਡਿਸਟੈਂਸ ਕਿੰਨਾ ਵਾ 3214 ਕਿਲੋਮੀਟਰਸ, ਤੇ ਈਸਟਰਨ ਟੂ ਵੈਸਟਰਨ ਡਿਸਟੈਂਸ ਕਿੰਨਾ ਵਾ 2933 ਕਿਲੋਮੀਟਰ ਇਹਦਾ ਕੀ ਆ ਡਿਸਟੈਂਸ ਆ। ਇਹ ਸੀਗੇ 10 ਕੁਐਸਚਨਸ ਦੇ ਆਨਸਰ, ਤੁਸੀਂ ਇਹਨੂੰ ਟੈਲੀ ਵੀ ਕਰ ਸਕਦੇ ਹੋ। ਨੈਕਸਟ ਹੈਗਾ ਜਿਹੜਾ ਅਸੀਂ ਵੈਰੀ ਸ਼ਾਰਟ ਕਰ ਰਹੇ ਸੀ ਉਹਦਾ ਸੈਕਿੰਡ ਪਾਰਟ ਆ। ਫਸਟ 16th ਕੁਐਸਚਨ ਹੈਗਾ, ਵਟ ਵਰ ਦੀ ਪੋਲੀਟੀਸ਼ੀਅਨ ਡਿਵੀਜ਼ਨ ਆਫ ਦੀ ਇੰਡੀਆ ਬਿਫੋਰ ਦੀ ਇੰਡੀਪੈਂਡੈਂਸ। ਇੰਡੀਪੈਂਡੈਂਸ ਤੋਂ ਬਾਅਦ ਇੰਡੀਆ ਦੀ ਜਿਹੜੀ ਪੋਲੀਟੀਸ਼ੀਅਨ ਡਿਵੀਜ਼ਨ ਸੀਗੀ ਉਹ ਕਿੱਦਾਂ ਕੀਤੀ ਗਈ। ਦੀ ਪੋਲੀਟੀਸ਼ੀਅਨ ਡਿਵਾਈਡਸ ਇਨਟੂ ਦੀ ਬ੍ਰਿਟਿਸ਼ ਇੰਡੀਆ ਪ੍ਰੋਵਰਸ ਟੂ ਦੀ 1914 ਇੰਡੀਪੈਂਡੈਂਸ ਐਂਡ ਪਾਰਟੀਸ਼ਨਸ ਵਰ ਕੰਪਲੈਕਸ ਇਨ ਦੀ ਟਰਮਸ ਆਫ ਟੂ ਦੀ ਗਵਰਨੈਂਸ ਐਂਡ ਨੈਸ਼ਨਲਿਟੀਜ਼ ਕੁਐਸਚਨਸ। ਵੀ ਜਿਹੜਾ ਪੋਲੀਟੀਸ਼ੀਅਨਸ ਦੀ ਕੰਡੀਸ਼ਨ ਸੀਗੀ ਉਹ ਬ੍ਰਿਟਿਸ਼ਰ ਦੇ ਟਾਈਮ 1947 ਦੇ ਵਿੱਚ ਇੰਡੀਪੈਂਡੈਂਸ ਦੇ ਵਿੱਚ ਕੀਤਾ ਗਿਆ। ਜਦੋਂ ਪਾਰਟੀਸ਼ਨ ਕੀਤੀ ਗਈ ਤਾਂ ਇਸ ਸਮੇਂ ਜਿਹੜੀ ਗਵਰਨੈਂਸ ਤੇ ਨੇਸ਼ਨ ਨੂੰ ਵੰਡਣ ਦਾ ਕੁਐਸਚਨ ਸੀਗਾ ਉਹ ਸਭ ਤੋਂ ਵੱਡਾ ਕੰਪਲੀਕੇਟਡ ਟਰਮ ਬਣ ਗਈ ਸੀ। ਵਟ ਵਰਕ ਵਾਸ ਡਨ ਬਾਈ ਦੀ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ। ਜਿਹੜੀ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਸੀਗੀ ਉਹਨਾਂ ਨੇ ਕੀ ਕੰਮ ਕੀਤਾ। ਦੀ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਵਾਸ ਕਨਸਟੀਟਿਊਟਡ ਇਨ 1953 ਟੂ ਰੀਆਰਗਨਾਈਜ਼ਿੰਗ ਦੀਆਂ ਬਾਉਂਡਰੀਜ਼ ਆਫ ਦੀ ਸਟੇਟ ਔਰ ਟੂ ਦੀਆਂ ਲਿੰਗੁਇਸਟਿਕ ਬੇਸਿਸ। ਵੀ ਜਿਹੜੀ ਸਟੇਟਸ ਬਣਾਈ ਗਈ ਸੀ ਰੀਆਰਗਨਾਈਜੇਸ਼ਨ ਕਮਿਸ਼ਨ ਦੀ 1953 ਦੇ ਵਿੱਚ ਜਿਹੜਾ ਨੇ ਰੀਆਰਗਨਾਈਜ਼ ਕੀਤਾ ਸੀ ਉਹਨਾਂ ਨੂੰ ਸਟੇਟਸ ਨੂੰ ਉਹਨਾਂ ਦੀ ਬਾਉਂਡਰੀ ਦੇ ਅਕੋਰਡਿੰਗ, ਕਿਹਦੇ ਅਕੋਰਡਿੰਗ ਲਿੰਗੁਇਸਟਿਕ ਦਾ ਮਤਲਬ ਲੈਂਗੁਏਜ ਦੇ ਅਕੋਰਡਿੰਗ ਉਹਨਾਂ ਨੂੰ ਏਰੀਆ ਵੰਡਿਆ ਗਿਆ ਸੀ। ਜਿਹੜਾ ਪੰਜਾਬ ਬਣਿਆ ਸੀਗਾ ਦੁਬਾਰਾ ਜਿਹੜਾ ਰੀਆਰਗਨਾਈਜ਼, ਜਿਹੜਾ ਹੁਣ ਕਰੰਟ ਦਾ ਪੰਜਾਬ ਆ ਸਾਡੇ ਕੋਲ, ਇਹ ਜਿਹੜਾ ਰੀਆਰਗਨਾਈਜ਼ ਹੋਇਆ ਕਦੋਂ ਹੋਇਆ ਸੀ 1966। ਜਿਹੜਾ ਅੱਗੇ ਕੁਐਸਚਨ ਆ ਰਿਹਾ, ਵੈਨ ਵਾਸ ਦੀ ਕਰੰਟ ਪੰਜਾਬ ਸਟੇਟ ਕ੍ਰੀਏਟਡ। ਪੰਜਾਬ ਸਟੇਟ ਕਰੰਟ ਕਦੋਂ ਕ੍ਰੀਏਟ ਕੀਤੀ ਗਈ ਸੀ, ਇਹ ਕ੍ਰੀਏਟ ਹੋਈ ਸੀਗੀ ਐਗਜ਼ਿਸਟੈਂਸ ਹੋਈ ਸੀ ਨਵੰਬਰ 1 1966 ਦੇ ਵਿੱਚ। ਇਹਨੂੰ ਲੈਂਗੁਏਜ ਦੇ ਅਕੋਰਡਿੰਗ ਪੰਜਾਬ ਦਾ ਸਟੇਟ ਡਿਕਲੇਅਰ ਕੀਤਾ ਗਿਆ ਸੀ। ਆ ਤੁਹਾਨੂੰ ਦਿਖਾਇਆ ਗਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਸਾਰੀਆਂ ਸਟੇਟਸ ਨੂੰ ਵੰਡਿਆ ਗਿਆ। ਹੁਣ ਦੀਆਂ ਜਿਹੜੀਆਂ ਕਰੰਟ ਸਟੇਟਸ ਨੇ ਇਹ ਤੁਸੀਂ ਇਹਦੇ ਵਿੱਚੋਂ ਦੇਖ ਸਕਦੇ ਹੋ। ਨੈਕਸਟ ਹੈਗਾ ਵਟ ਆਰ ਦੀ ਪ੍ਰੈਜ਼ੈਂਟ ਐਡਮਿਨਿਸਟ੍ਰੇਸ਼ਨ ਡਿਵੀਜ਼ਨਸ ਜੋਗ੍ਰਾਫੀਕਲ ਸੈਟਅਪ ਆਫ ਦੀ ਇੰਡੀਆ। ਇੰਡੀਆ ਦਾ ਜੋਗ੍ਰਾਫੀਕਲ ਸਟੇਟਮੈਂਟ ਕੀ ਆ ਹੁਣ 29 ਸਾਡੇ ਕੋਲ ਸਟੇਟ 28 ਸਟੇਟਸ ਨੇ ਤੇ 9 ਯੂਨੀਅਨ ਟੈਰੀਟਰੀਜ਼ ਨੇ। ਇਹਦੇ ਬਾਰੇ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ। ਨੈਕਸਟ ਕੁਐਸਚਨ ਹੈਗਾ ਵਟ ਇਜ਼ ਦੀ ਸਮੋਲੈਸਟ ਐਂਡ ਲਾਰਜੈਸਟ ਸਟੇਟ ਆਫ ਇੰਡੀਆ ਇਨ ਦੀ ਟਰਮਸ ਆਫ ਏਰੀਆ ਐਂਡ ਪਾਪੂਲੇਸ਼ਨ। ਏਰੀਆ ਦੇ ਪਾਪੂਲੇਸ਼ਨ ਦੇ ਅਕੋਰਡਿੰਗ ਇੰਡੀਆ ਦੀ
ਦੱਸਣਾ ਵਾ ਵੀ ਕਿਹੜਾ ਵਾ। ਇੰਡੀਆ ਇਜ਼ 7th ਫਰੋਮ ਦੀ ਕੰਟਰੀਜ਼ ਆਫ ਦੀ ਵਰਲਡ ਦੇ ਵਿੱਚ ਜਿਹੜਾ ਵਾ ਉਹਦੇ ਏਰੀਆ ਦੇ ਅਕੋਰਡਿੰਗ ਉਹ 7th ਆ। ਦੈਨ ਇਟ ਇਜ਼ ਨਾਟ ਅ ਸਮਾਲ ਏਰੀਆ, ਇਹ ਕੀ ਹੈ ਇੰਡੀਆ ਦਾ ਸਮੋਲੈਸਟ ਏਰੀਆ ਨਹੀਂ ਹੈਗਾ ਵਾ। ਨੈਕਸਟ ਹੈਗਾ ਵਟ ਵਾਜ਼ ਦੀ ਨੰਬਰ ਆਫ ਟੂ ਦੀ ਮੈਂਬਰਸ ਆਫ ਦੀ ਟੂ ਹਾਊਸਿਸ ਆਫ ਦੀ ਪਾਰਲੀਮੈਂਟ ਦੇ ਵਿੱਚ ਹਾਊਸਿਸ ਕਿਹੜੇ ਕਿਹੜੇ ਨੇ, ਦੋ ਤਰ੍ਹਾਂ ਦੇ, ਅੱਪਰ ਜਿਹੜਾ ਵਾ ਉਹਨੂੰ ਰਾਜ ਸਭਾ ਤੇ ਜਿਹੜਾ ਸਮਾਲਰ ਆ ਉਹਨੂੰ ਕੀ ਕਿਹਾ ਜਾਂਦਾ, ਲੋਕ ਸਭਾ ਕਿਹਾ ਜਾਂਦਾ। ਨੇਮ ਆਫ ਦੀ ਸਮ ਆਫ ਦੀ ਇੰਪੋਰਟੈਂਟ ਰਿਲੀਜੀਅਸ ਪਲੇਸਿਸ ਆਫ ਇੰਡੀਆ, ਇੰਡੀਆ ਦੇ ਵਿੱਚ ਕਿਹੜੇ ਰਿਲੀਜੀਅਸ ਪਲੇਸ ਸੀਗੀਆਂ ਉਹਨਾਂ ਨਾਮ ਨੇ, ਜਿਵੇਂ ਜਗਨਨਾਥਪੁਰੀ ਆ, ਕਾਸ਼ੀ ਆ, ਬਦਰੀਨਾਥ ਆ, ਅਮਰਨਾਥ ਆ ਐਕਸੈਕਟਰਾ, ਜਿੱਥੇ ਕੀ ਆ ਲੋਕ ਪੂਜਾ ਪਾਠ ਕਰਦੇ ਨੇ, ਉੱਥੇ ਸਾਰੇ ਰਿਲੀਜੀਅਸ ਸਥਾਨ ਨੇ। ਇਹ ਤੁਹਾਨੂੰ ਦੱਸਿਆ ਗਿਆ ਇੰਡੀਆ ਦੀ ਲੈਂਡ ਦੇ ਵਿੱਚ ਕਿੰਨੀਆਂ ਨੇ, ਵੀ ਇੰਡੀਆ ਡਾਇਵਰਸਿਟੀ ਸਿਟੀ ਆ, ਇਹਦੇ ਵਿੱਚ ਕੀ ਨੇ 110 ਤੋਂ ਵੱਧ, ਯਾਨੀ ਕਿ 187 ਜਿਹੜੀਆਂ ਲੈਂਗੁਏਜਸ ਬੋਲੀਆਂ ਜਾਂਦੀਆਂ, ਤੋਂ ਵੱਧ ਵੀ ਬੋਲੀਆਂ ਜਾਂਦੀਆਂ, ਇਹਦੇ ਬਾਰੇ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ ਕਿਸ ਤਰੀਕੇ ਨਾਲ ਵੈਲਿਊਜ਼ ਨੇ, ਇਹ ਤੁਸੀਂ ਦੇਖ ਸਕਦੇ ਹੋ। ਨੈਕਸਟ ਹੈਗਾ ਇਨ ਵਿਚ ਏਰੀਆਜ਼ ਐਂਡ ਪੀਰੀਅਡ ਆਫ ਦੀ ਕੰਟਰੀਜ਼ ਹੈਜ਼ ਫੇਲ ਟੂ ਲਾਰਜ ਸਕੇਲ, ਕਿਹੜੀ ਇਹੋ ਜਿਹੀਆਂ ਚੀਜ਼ਾਂ ਨੇ ਕਿਹੜਾ ਇਹੋ ਜਿਹਾ ਏਰੀਆ ਵਾ ਜਿਹਦੇ ਵਿੱਚ ਇੰਡੀਆ ਹਾਲੇ ਵੀ ਫੇਲ ਚੱਲ ਰਿਹਾ ਲਾਰਜ ਸਕੇਲ ਦੇ ਵਿੱਚ। ਤੇ ਮੋਸਟ ਆਫ ਇਲਿਟਰੇਟ ਪੀਪਲਸ ਆਫ ਦੀ ਵਰਲਡ ਲਿਵ ਇਨ ਦਿਸ ਕੰਟਰੀ, ਵੀ ਸਭ ਤੋਂ ਜ਼ਿਆਦਾ ਅਨਪੜ੍ਹ ਲੋਕ ਵੀ ਉਹ ਇਸੇ ਕੰਟਰੀ ਵਿੱਚ ਰਹਿੰਦੇ ਆ। 1/3 ਪੀਪਲ ਆਰ ਲਿਵਿੰਗ ਬਿਲੋ ਟੂ ਦੀ ਪਾਵਰਟੀ ਲਾਈਨ ਇਨ ਇੰਡੀਆ, ਇੰਡੀਆ ਦੇ ਵਿੱਚ 1/3 ਜਿਹੜੇ ਲੋਕ ਨੇ ਹਲੇ ਵੀ ਗਰੀਬੀ ਰੇਖਾ ਥੱਲੇ ਰਹਿੰਦੇ ਆ। ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਇਨਇਕੁਐਲਿਟੀ ਕੈਨ ਬੀ ਸੀਨ ਹੇਅਰ, ਕਹਿੰਦੇ ਵੀ ਇੱਥੇ ਕੀ ਆ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜਿਹੜੀਆਂ ਅਸਮਾਨਤਾਵਾਂ ਨੇ ਉਹ ਇੱਥੇ ਹੀ ਦੇਖਣ ਨੂੰ ਮਿਲਦੀਆਂ। ਨੈਕਸਟ ਹੈਗਾ ਰਾਈਟ ਦੀ ਨੇਮ ਆਫ ਟੂ ਦੀ ਮੇਜਰ ਫੋਕ ਡਾਂਸ ਇਨ ਆਫ ਇੰਡੀਆ, ਇੰਡੀਆ ਦੇ ਵਿੱਚ ਜਿਹੜੇ ਮੇਜਰ ਫੋਕ ਡਾਂਸ ਨੇ, ਜਿਹੜੇ ਸਟੇਟਸ ਦੇ ਡਾਂਸਿਸ ਨੇ ਡਿਫਰੈਂਟ ਉਹਨਾਂ ਬਾਰੇ ਤੁਸੀਂ ਦੱਸਣਾ ਵਾ। ਇੰਡੀਆਜ਼ ਫੋਕ ਡਾਂਸ ਇਜ਼ ਅ ਸਿੰਪਲ ਡਾਂਸ, ਜਿਹੜਾ ਇੰਡੀਆ ਦਾ ਫੋਕ ਡਾਂਸ ਆ ਉਹ ਬੜਾ ਸਿੰਪਲ ਹੈ। ਇਟ ਇਜ਼ ਆਲਸੋ ਟੂ ਦੀ ਪਰਫਾਰਮਡ ਬਾਈ ਦੀ ਐਕਸਪ੍ਰੈਸ ਆਫ ਦੀ ਜੋਏ ਐਂਡ ਹੈਪੀਨੈਸ, ਸਿਰਫ ਇਹ ਕਿਸ ਲਈ ਪਰਫਾਰਮ ਕੀਤਾ ਜਾਂਦਾ, ਖੁਸ਼ੀ ਤੇ ਪ੍ਰਸੰਨਤਾ ਨੂੰ ਦਿਖਾਉਣ ਦੇ ਲਈ ਇਹ ਕੀਤਾ ਜਾਂਦਾ ਵਾ। ਫੋਕ ਡਾਂਸ ਇਜ਼ ਪਰਫਾਰਮਡ ਬਾਈ ਦੀ ਵੇਰੀਅਸ ਪੋਸੀਬਲ ਓਕੇਸ਼ਨ, ਵੀ ਕਈ ਤਰ੍ਹਾਂ ਦੇ ਓਕੇਸ਼ਨ ਦੇ ਵਿੱਚ ਇਹ ਕੀਤੇ ਜਾਂਦੇ ਆ, ਜਿਵੇਂ ਕਿ ਬਰਥਡੇ ਹੋ ਗਿਆ, ਵੈਡਿੰਗ ਹੋ ਗਿਆ, ਫੈਸਟੀਵਲ ਹੋ ਗਿਆ, ਤੇ ਸਮ ਓਲਡ ਸੋਸ਼ਲ ਕਸਟਮ, ਜਿਹੜੇ ਸਾਡੇ ਹੋਰ ਪੁਰਾਣੇ ਰੀਤੀ ਰਿਵਾਜ ਨੇ ਉਹਨਾਂ ਦੇ ਵਿੱਚ ਇਹ ਡਾਂਸ ਪ੍ਰਪੇਅਰ ਕੀਤਾ ਜਾਂਦਾ। ਉਹ ਤੁਹਾਨੂੰ ਡਾਂਸ ਦਿਖਾਇਆ ਗਿਆ ਜੇ ਕਥਕਲੀ ਆ, ਤੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਮੂਵਮੈਂਟਸ ਦਿਖਾਈਆਂ ਗਈਆਂ ਨੇ, ਇੰਡੀਆ ਦੇ ਫੋਕ ਡਾਂਸ ਨੇ। ਨੈਕਸਟ ਜਿਹੜੇ ਸ਼ਾਰਟ ਕੁਐਸਚਨ ਆਨਸਰ ਆ ਰਹੇ ਨੇ, ਫਸਟ ਹੈਗਾ ਇਜ਼ ਇੰਡੀਆ ਇਜ਼ ਅ ਸਬ ਕੰਟੀਨੈਂਟ, ਕੀ ਇੰਡੀਆ ਕੀ ਹੈ ਇੱਕ ਸਬ ਕੰਟੀਨੈਂਟ ਹੈਗਾ ਵਾ। The terms of the Indian subcontinent also have a geographical significance. The terms of the subcontinent signifying to the subdivision of to the continent which has been to the distinct to the geographical, political or cultural identities, and also a large land mass somewhat small than to the continents, ਕਹਿੰਦੇ ਵੀ ਜਿਹੜੇ ਟਰਮਸ ਆ ਇੰਡੀਆ ਦੇ ਕੰਟੀਨੈਂਟ ਦੀ ਉਹ ਕੀ ਆ ਜੋਗ੍ਰਾਫੀਕਲ ਸਿਗਨੀਫਿਕੈਂਸ ਦਿਖਾ ਰਹੀ ਆ। ਇਹਦੇ ਵਿੱਚ ਕੀ ਆ ਜਿਹੜੇ ਕੰਟੀਨੈਂਟਸ ਨੇ ਉਹ ਸਬ ਡਿਵਾਈਡ ਕੀਤੇ ਜਾਂਦੇ ਆ ਉਹਨਾਂ ਦੀ ਜੋਗ੍ਰਾਫੀਕਲ ਏਰੀਆ ਦੇ ਅਕੋਰਡਿੰਗ, ਪੋਲੀਟੀਕਲ ਦੇ ਅਕੋਰਡਿੰਗ, ਕਲਚਰਲ ਆਇਡੈਂਟੀਟੀ ਦੇ ਅਕੋਰਡਿੰਗ, ਵੀ ਉਹ ਲਾਰਜ ਮਾਸ ਏਰੀਆ ਹੋਣਾ ਚਾਹੀਦਾ ਵਾ ਤੇ ਸਮਾਲਰ ਕੰਟੀਨੈਂਟ ਹੋਵੇ ਤਾਂ ਉਹਨੂੰ ਅਸੀਂ ਸਬ ਕੰਟੀਨੈਂਟ ਕਹਿ ਸਕਦੇ ਹਾਂ। ਵਟ ਟਾਈਪਸ ਆਫ ਦੀ ਕਲਚਰਲ ਡਾਇਵਰਸਿਟੀਜ਼ ਆਰ ਫਾਊਂਡਡ ਇਨ ਇੰਡੀਆ, ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਸੰਸਕ੍ਰਿਤੀ ਭਿੰਨਤਾਵਾਂ ਮਿਲਦੀਆਂ ਨੇ ਉਹਦੇ ਬਾਰੇ ਦੱਸਣਾ ਵਾ ਅਸੀਂ। The cultural deviation, different ethics and religious groups found in a different region of to the ਇੰਡੀਆ, ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਸੰਸਕ੍ਰਿਤਿਕ, ਉਹਨਾਂ ਦੇ ਨੈਤਿਕ ਤੇ ਧਾਰਮਿਕ ਗਰੁੱਪਸ ਕਿਹੜੇ ਨੇ ਉਹ ਡਿਫਰੈਂਟ ਰੀਜਨ ਦੇ ਵਿੱਚ ਡਿਫਰੈਂਟ ਫਾਊਂਡ ਹੁੰਦੇ ਆ। ਵੀ ਫਾਈਂਡ ਦੀ ਕਲੀਅਰ ਡਾਇਵਰਸਿਟੀ ਇਨ ਦੀਆਂ ਟਰਮਸ ਆਫ ਲੈਂਗੁਏਜ, ਵੀ ਜ਼ਿਆਦਾਤਰ ਸਾਡੀ ਜਿਹੜੀਆਂ ਡਾਇਵਰਸਿਟੀ ਨੇ ਉਹ ਕਲੀਅਰਲੀ ਕਿਤੇ ਮਿਲਦੀਆਂ ਨੇ, ਸਾਡੀਆਂ ਭਾਸ਼ਾਵਾਂ ਦੇ ਵਿੱਚ, ਲਾਈਫ ਸਟਾਈਲ ਦੇ ਵਿੱਚ, ਸਾਡੇ ਡਰੈਸਿੰਗ ਦੇ ਉੱਤੇ, ਖਾਣ ਪੀਣ ਦੀਆਂ ਹੈਬਿਟਸ ਦੇ ਉੱਤੇ, ਆਰਕੀਟੈਕਚਰ ਦੇ ਉੱਤੇ ਜਿਹੜੇ ਕੰਮ ਬਣਾਏ ਜਾਂਦੇ ਆ, ਤੇ ਫੋਕ ਡਾਂਸ ਦੇ ਉੱਤੇ, ਫੋਕ ਸਿੰਗਿੰਗ ਦੇ ਉੱਤੇ, ਫੇਅਰ ਮੇਲਿਆਂ ਦੇ ਵਿੱਚ, ਫੈਸਟੀਵਲਸ ਦੇ ਵਿੱਚ, ਕਸਟਮ ਦੇ ਵਿੱਚ, ਇਹਨਾਂ ਚੀਜ਼ਾਂ ਦੇ ਦੇਖਣ ਨੂੰ ਮਿਲਦੇ ਆ। ਆਲਮੋਸਟ 187 ਲੈਂਗੁਏਜਸ ਆਰ ਫਾਊਂਡ ਇਨ ਇੰਡੀਆ, ਇੰਡੀਆ ਦੇ ਵਿੱਚ 187 ਜਿਹੜੀਆਂ ਲੈਂਗੁਏਜ ਨੇ ਉਹ ਮਿਲਦੀਆਂ ਨੇ ਬੋਲਣ ਦੇ ਲਈ। ਇੰਡੀਆ ਦੱਸਿਆ ਗਿਆ ਵੀ ਇੰਡੀਆ ਕੀ ਆ ਰਿਪਬਲਿਕ ਕੰਟਰੀ ਆ, ਇੰਡੀਆ ਦਾ ਪਹਿਲਾ ਨਾਮ ਕਿਵੇਂ ਆਇਆ, ਇਹ ਸਾਰਾ ਕੁਝ ਵੀ 7th ਏਰੀਆ ਦੇ ਅਕੋਰਡਿੰਗ ਆ, ਉਹਦਾ ਕਿੰਨਾ ਏਰੀਆ ਵਾ ਇਹ ਤੁਹਾਨੂੰ ਸਾਰਾ ਇੰਡੀਆ ਦੇ ਵਿੱਚ ਦੱਸਿਆ ਗਿਆ ਵਾ। ਨੈਕਸਟ ਹੈਗਾ ਵਟ ਇਜ਼ ਟੂ ਦੀ ਕੰਪੋਜੀਸ਼ਨ ਆਫ ਇੰਡੀਅਨ ਪਾਪੂਲੇਸ਼ਨ, ਇੰਡੀਆ ਦੀ ਪਾਪੂਲੇਸ਼ਨ ਉਹ ਕਿਸ ਤਰੀਕੇ ਨਾਲ ਬਣੀ ਹੋਈ ਆ। ਦੀ ਇੰਡੀਆ ਇਜ਼ ਦ ਸੈਕਿੰਡ ਮੋਸਟ ਪਾਪੂਲਸ ਕੰਟਰੀ ਇਨ ਦੀ ਵਰਲਡ, ਇੰਡੀਆ ਦੇ ਵਿੱਚ ਸਭ ਤੋਂ ਵਰਲਡ ਦੇ ਵਿੱਚ ਦੂਸਰੇ ਨੰਬਰ 'ਤੇ ਪਾਪੂਲੇਸ਼ਨ ਦੇ ਅਕੋਰਡਿੰਗ। ਇੰਡੀਅਨ ਪਾਪੂਲੇਸ਼ਨ ਹੈਜ਼ ਬੀਨ ਆ ਫਿਨੋਮੀਨਿਕਲ ਕੰਪੇਅਰਡ ਟੂ ਦੈਟ ਅਦਰਸ ਕੰਟਰੀਜ਼, ਵੀ ਜਿਹੜੀਆਂ ਅਦਰ ਕੰਟਰੀਜ਼ ਨੇ ਉਹਨਾਂ ਦੇ ਫਿਨੋਮੀਕਲੀ ਜਿਹੜੀਆਂ ਅਦਰ ਕੰਟਰੀ ਦੇ ਅਕੋਰਡਿੰਗ ਸਾਡੀ ਪਾਪੂਲੇਸ਼ਨ ਨੂੰ ਡਿਵਾਈਡ ਜਾਂ ਕੰਪੇਅਰ ਕੀਤਾ ਜਾਂਦਾ। ਇਨ ਦੀ ਰਿਲੇਸ਼ਨ ਆਫ ਟੂ ਦੀ ਗਰੋਥ ਨੈਸੈਸਰੀ ਰਿਸੋਰਸਿਸ ਇਨਫਰਾਸਟਰਕਚਰ ਰਿਕੁਆਇਰਡ ਟੂ ਮੀਟ ਦੀ ਪ੍ਰੈਸ਼ਰ ਆਫ ਟੂ ਦੀ ਗਰੋਥ ਪਾਪੂਲੇਸ਼ਨ, ਵੀ ਜਿਹੜੇ ਜੇਕਰ ਅਸੀਂ ਆਪਣੀ ਕੰਟਰੀ ਦੀ ਗਰੋਥ ਜਿਹੜੀ ਹੋ ਰਹੀ ਆ ਉਹਨਾਂ ਨੂੰ ਸਹੀ ਢੰਗ ਦੇ ਨਾਲ ਪ੍ਰੈਸ਼ਰ ਜਿਹੜਾ ਗਰੋਥ ਦਾ ਵੱਧ ਰਿਹਾ ਵਾ ਪਾਪੂਲੇਸ਼ਨ ਦਾ ਉਹਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਕੀ ਰਿਸੋਰਸ ਤੇ ਇਨਫਰਾਸਟਰਕਚਰ ਦੀ ਬਹੁਤ ਜ਼ਿਆਦਾ ਲੋੜ ਪੈਣੀ ਆ। ਦੀ ਪਾਪੂਲੇਸ਼ਨ ਵਾਜ਼ 121.01 ਕਰੋੜ ਜਿਹੜੀ ਆ ਸਾਡੀ ਪਾਪੂਲੇਸ਼ਨ ਆ, ਇਹਦੇ ਵਿੱਚ 62.4 ਕਰੋੜ ਮੇਲਸ ਨੇ ਤੇ 58.6 ਕਰੋੜ ਫੀਮੇਲਸ ਨੇ।
ਰਾਈਟ ਦੀ ਆ ਨੋਟ ਔਨ ਟੂ ਦੀ ਇੰਡੀਅਨਸ ਲੈਂਡ ਐਕਸਟੈਂਡ, ਇੰਡੀਆ ਦੀ ਜਿਹੜੀ ਲੈਂਡ ਐਕਸਟੈਂਸ਼ਨ ਆ ਉਹਦੇ ਬਾਰੇ ਦੱਸਣਾ ਵਾ। ਦਿਸ ਇਜ਼ ਡਿਸਟੈਂਸ ਬਿਟਵੀਨ ਟੂ ਦੀ ਆ representing of to their latitudinal difference of to their 29 to on land ਵੀ land ਦੇ ਅਕੋਰਡਿੰਗ ਜਿਹੜੀ ਲੈਟੀਟਿਊਡਸ ਜਾਂ ਡਿਫਰੈਂਸ ਆ ਉਹ 292 on land ਦੇ ਉੱਤੇ ਆ। the land mass of the India has been a area of 3.28 million square ਕਿਲੋਮੀਟਰ। ਜੀ ਇੰਡੀਆ ਦਾ ਜਿਹੜਾ ਲੈਂਡ ਏਰੀਆ ਵਾ ਉਹ ਕਿੰਨਾ ਵਾ 3.8 ਮਿਲੀਅਨ ਸਕੇਅਰ ਕਿਲੋਮੀਟਰ ਆ, which compares to the about 2.4 of to the total geographical area of the world ਦਾ ਜਿਹੜਾ ਏਰੀਆ ਦਾ 2.4 ਮੰਨਿਆ ਗਿਆ ਵਾ, ਤੇ ਇੰਡੀਆ ਜਿਹੜਾ ਏਰੀਆ ਦੇ ਅਕੋਰਡਿੰਗ 7th ਲਾਰਜੈਸਟ ਕੰਟਰੀ ਆ ਵਰਲਡ ਦੇ ਵਿੱਚ। ਆ ਦੱਸਿਆ ਗਿਆ ਜੋਗ੍ਰਾਫੀਕਲ ਮੈਪ ਬਣਾਇਆ ਗਿਆ ਵੀ ਕਿਹੜੇ ਕਿਹੜੇ ਚੀਜ਼ ਨੇ, ਕਿਹੜੇ ਕਿਹੜੇ ਕੰਟੀਨੈਂਟਲਸ ਨੇ, ਕਿਹੜੇ ਕਿਹੜੇ ਆ ਇੱਥੇ ਸਾਨੂੰ ਰੌਕਸ ਮਿਲਦੀਆਂ ਨੇ, ਉਹਦੇ ਬਾਰੇ ਦੱਸਿਆ ਗਿਆ ਵਾ। ਨੈਕਸਟ ਹੈਗਾ what is the contribution of to the Indian languages and the art of to the unity in diversity of India। ਇੰਡੀਆ ਦੇ ਵਿੱਚ ਜਿਹੜੀਆਂ ਲੈਂਗੁਏਜਸ ਨੇ ਤੇ ਉਹਦੀਆਂ ਆਰਟਸ ਨੇ ਉਹ ਕਿਸ ਤਰੀਕੇ ਨਾਲ ਸ਼ੋਅ ਕਰਦੀਆਂ ਨੇ ਵੀ ਉਹ ਵਿਭਿੰਨਤਾ ਦੇ ਅਕੋਰਡਿੰਗ ਵੀ ਇੰਡੀਆ ਦੇ ਵਿੱਚ ਕੀ ਨੇ, ਏਕਤਾ ਬਣੀ ਹੋਈ ਆ। ਲੈਂਗੁਏਜ ਐਂਡ ਆਰਟ ਵੀ ਜਿਹੜੀ ਸਾਡੀ ਲੈਂਗੁਏਜ ਆ ਤੇ ਆਰਟ ਆ ਉਹ ਸਾਨੂੰ ਸ਼ੋਅ ਕਰਦੀ ਆ। the language play to the precious role into the cultural communication and dispersal in the different part of to the country। ਕਹਿੰਦੇ ਇੱਕ ਲੈਂਗੁਏਜ ਆ ਉਹ ਸਾਡਾ ਇੱਕ ਬਹੁਤ ਕ੍ਰੂਸ਼ਲ ਰੋਲ ਪਲੇ ਕਰਦੀ ਆ ਸੰਸਕ੍ਰਿਤ ਨੂੰ ਦੀ ਕਮਿਊਨੀਕੇਸ਼ਨ ਕਰਨ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਕੰਟਰੀ ਦੇ ਪਾਰਟ ਦੇ ਵਿੱਚ। ਡਿਊਰਿੰਗ ਟੂ ਦੀ ਵੈਦਿਕ ਏਜ ਦੀ ਹੋਮਨਸ ਆਰ ਟੂ ਬੀ ਸਪੋਕਨ ਇਨ ਟੂ ਦੀ ਸੰਸਕ੍ਰਿਤ ਲੈਂਗੁਏਜ ਓਨਲੀ। ਵੀ ਜਿਹੜੇ ਵੈਦਿਕ ਏਜ ਦੇ ਟਾਈਮ ਕੀ ਹੁੰਦਾ ਸੀਗਾ ਵੀ ਜਿਹੜੇ ਭਜਨ ਜਾਂ ਕਹਿ ਲਓ ਵੀ ਜਿਹੜੇ ਅਨਮੋਲ ਵਚਨ ਹੁੰਦੇ ਸੀ ਉਹ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਹੀ ਪੜ੍ਹੇ ਜਾਂਦੇ ਸੀ। the English would be a work as to their link language and in their various regions efforts would be made to develop and popularize the local regional language। ਕਹਿੰਦੇ ਜਿਹੜੀ ਇੰਗਲਿਸ਼ ਲੈਂਗੁਏਜ ਸੀ ਉਹਨੂੰ ਲਿੰਕ ਲੈਂਗੁਏਜ ਬਣਾਇਆ ਗਿਆ ਤੇ ਸਾਰੇ ਰੀਜਨਸ ਦੇ ਵਿੱਚ ਐਫਰਟਸ ਲਗਾ ਕੇ ਉਹਨੂੰ ਡਿਵੈਲਪ ਕੀਤਾ ਗਿਆ ਤੇ ਜਿਹੜੀਆਂ ਉੱਥੇ ਦੀਆਂ ਲੋਕਲ ਲੈਂਗੁਏਜਸ ਸੀਗੀਆਂ ਉਹ ਵੀ ਉਹਦੇ ਨਾਲ ਜੁੜੀਆਂ ਗਈਆਂ। ਨੈਕਸਟ ਹੈਗਾ ਡਿਸਕ੍ਰਾਈਬ ਦੀ ਇੰਡੀਆ ਆਫ ਦੀ ਰੀਜਨਲ ਡਾਇਵਰਸਿਟੀ ਥਰੂ ਟੂ ਦੀਆਂ 2 ਫੈਕਟਸ। ਵੀ ਜਿਹੜੇ ਇੰਡੀਆ ਦੇ ਵਿੱਚ ਜਿਹੜੀਆਂ ਖੇਤਰੀ ਤੌਰ ਤੇ ਭਿੰਨਤਾਵਾਂ ਮਿਲਦੀਆਂ ਨੇ ਉਹਦੇ 2 ਫੈਕਟ ਦੱਸਣੇ ਆ। ਹਿਊਜ ਐਕਸਪੈਂਸ ਵੀ ਜਿਹੜਾ ਇੰਡੀਆ ਵਾ ਉਹ ਬਹੁਤ ਜ਼ਿਆਦਾ ਫੈਲਿਆ ਡਿਊ ਟੂ ਦੀ ਗ੍ਰੇਟ ਈਸਟ ਵੈਸਟ ਐਂਡ ਨਾਰਥ ਸਾਊਥ ਐਕਸਪੈਂਸ਼ਨਸ ਐਗਜ਼ਿਸਟੈਂਸ ਟੂ ਦੀ ਡਾਇਵਰਸਿਟੀ ਇਜ਼ ਬਟ ਨੈਚੁਰਲ। ਵੀ ਜਿਹੜਾ ਇੰਡੀਆ ਦੀ ਜਿਹੜਾ ਬਹੁਤ ਜ਼ਿਆਦਾ ਐਕਸਪੈਂਸ਼ਨ ਹੋਈ ਹੈ ਈਸਟ ਤੋਂ ਵੈਸਟ ਦੇ ਵਿੱਚ, ਪੱਛਮ ਤੋਂ ਪੂਰਬ ਤੋਂ ਪੱਛਮ ਵੱਲ, ਉੱਤਰ ਤੋਂ ਦੱਖਣ ਵੱਲ, ਤੇ ਜਿਹਦੇ ਕਰਕੇ ਕੀ ਹੈ ਇਹ ਕੀ ਹੈ ਨੈਚੁਰਲ ਨਹੀਂ ਕੁਦਰਤ ਦੁਆਰਾ ਹੀ ਹੋਏ ਨੇ। ਇਟ ਇਜ਼ ਕਾਲਡ ਟੂ ਦੀ ਸਬ ਕੰਟੀਨੈਂਟ ਓਨਲੀ ਡਿਊ ਟੂ ਦੀ ਜੋਗ੍ਰਾਫੀਕਲ ਐਕਸਪੈਂਸ਼ਨ। ਵੀ ਇਹਦਾ ਕੀ ਆ ਵੀ ਖੇਤਰੀ ਤੌਰ ਤੇ ਜ਼ਿਆਦਾ ਫੈਲੇ ਹੋਣ ਕਰਕੇ ਇੰਡੀਆ ਨੂੰ ਕੀ ਕਿਹਾ ਜਾਂਦਾ ਸਬ ਕੰਟੀਨੈਂਟ ਵੀ ਕਿਹਾ ਜਾਂਦਾ ਵਾ। ਰਿਲੀਫ ਇਨ ਇੰਡੀਆ ਦੇ ਵੇਅਰ ਔਨ ਟੂ ਦੀ ਵਨ ਹੈਂਡ ਟੂ ਦੀ ਓਲਡੈਸਟ ਅਰਾਵਲੀ mountains of the world are found and there was also existence of young Himalaya mountain। ਕਹਿੰਦੇ ਇੰਡੀਆ ਦੇ ਵਿੱਚ ਹੋਰ ਰਿਲੀਫ ਵਾਲੀ ਇੱਕ ਜਗ੍ਹਾ ਕੀ ਆ ਵੀ ਇੱਕ ਹੈਂਡ ਦੇ ਵਿੱਚ ਇੰਡੀਆ ਦੇ ਵਿੱਚ ਅਰਾਵਲੀ ਪੁਰਾਣੇ ਅਰਾਵਲੀ ਦੇ ਪਰਬਤ ਨੇ ਜਿਹੜੇ ਕਿ ਵਰਲਡ ਦੇ ਵਿੱਚ ਮਿਲਦੇ ਆ, ਤੇ ਦੂਜਾ ਕੀ ਆ ਸਭ ਤੋਂ ਯੰਗ ਜਿਹੜਾ ਹਿਮਾਲਿਆ ਮਾਊਂਟੇਨ ਆ ਉਹ ਵੀ ਇੰਡੀਆ ਦੇ ਵਿੱਚ ਹੀ ਮਿਲਦਾ ਵਾ। ਆ ਤੁਹਾਨੂੰ ਦੱਸਿਆ ਹੈ ਵੀ ਡਾਇਵਰਸਿਟੀ ਕਿਸ ਤਰੀਕੇ ਨਾਲ ਭਿੰਨਤਾਵਾਂ ਕਿਸ ਤਰੀਕੇ ਨਾਲ ਮਿਲਦੀਆਂ ਨੇ, ਜਿਵੇਂ ਸੈਕਸ਼ੂਅਲ ਓਰੀਐਂਟੇਸ਼ਨ, ਰਿਲੀਜਨ ਦੀਆਂ ਸੋਸ਼ਲ ਇਕਨੋਮਿਕ ਸਟੇਟਸ, ਜੈਂਡਰ, ਏਜ, ਰੇਸ, ਕਲਚਰ ਤੇ ਡਿਸੇਬਿਲਿਟੀ, ਇਹ ਸਾਰੀਆਂ ਕੀ ਨੇ ਸਾਡੀਆਂ ਭਿੰਨਤਾਵਾਂ ਨੂੰ ਦਰਸਾਉਂਦੀਆਂ ਨੇ। ਇਲੈਬੋਰੇਸ਼ਨ ਆਫ ਦੀ ਇੰਡੀਅਨ ਯੂਨਿਟੀ ਆਫ ਟੂ ਦੀ ਡਾਇਵਰਸਿਟੀ ਆਫ ਦੀ ਐਨੀ 2 ਫੈਕਟਰ। ਕੋਈ 2 ਇਹੋ ਜਿਹੇ ਫੈਕਟਰ ਦੱਸਣੇ ਆ ਵੀ ਜਿਹੜਾ ਯੂਨਿਟੀ ਜਿਹੜੀਆਂ ਭਿੰਨਤਾਵਾਂ ਨੂੰ ਏਕਤਾ ਦੇ ਵਿੱਚ ਜੋੜਦੀ ਆ। ਇੰਡੀਆ ਇਜ਼ ਏ ਕੰਟਰੀ ਆਫ ਯੂਨਿਟੀ ਇਨ ਦੀ ਡਾਇਵਰਸਿਟੀ ਦੀ ਵੇਰੀਏਸ਼ਨ ਇਜ਼ ਫਾਊਂਡ ਟੂ ਦੀ ਫਿਜ਼ੀਕਲ ਇਕਨੋਮਿਕ ਸੋਸ਼ਲ ਐਂਡ ਕਲਚਰਲ ਐਲੀਮੈਂਟਸ। ਵੀ ਇੰਡੀਆ ਕੀ ਆ ਇੱਕ ਭਿੰਨਤਾ ਦੇ ਵਿੱਚ ਇੱਕ ਏਕਤਾ ਵਾਲੀ ਇੱਕ ਕਹਾਣੀ ਬੁਣਦੀ ਆ। ਕਹਿੰਦੇ ਇੱਥੇ ਵੇਰੀਏਸ਼ਨ ਕਈ ਫਾਊਂਡ ਹੁੰਦੀਆਂ ਜਿਵੇਂ ਫਿਜ਼ੀਕਲ, ਇਕਨੋਮਿਕ ਤੇ ਸੋਸ਼ਲ ਤੇ ਕਲਚਰਲ ਮਿਲਦੀਆਂ ਨੇ। ਰੀਜਨਲ ਪਲੇਸਿਸ ਕਿਹੜੀਆਂ ਕਿਹੜੀਆਂ ਨੇ? religious places, India is a country of the many religions and devotees of these religions are secreted in different parts of the countries। ਵੀ ਜਿਹੜੇ religious places ਨੇ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਧਰਮ ਮਿਲਦੇ ਆ ਤੇ ਇਹਨਾਂ ਨੂੰ ਮੰਨਣ ਵਾਲੇ ਲੋਕ ਮਿਲਦੇ ਆ। ਕੀ ਆ different part of country ਦੇ ਵਿੱਚ ਵੰਡੇ ਹੋਏ ਨੇ। monsoon season ਵੀ our country has been a tropical monsoonical climates with the agriculture as the main occupation in which there was almost uniform sequence of the season। ਕਹਿੰਦੇ ਵੀ ਜਿਹੜਾ ਮੌਨਸੂਨ ਸੀਜ਼ਨ ਆ ਉਹ ਇੰਡੀਆ ਦੇ ਵਿੱਚ ਜਿਹੜਾ ਟੌਪੀਕਲ ਸੀਜ਼ਨਲ ਕਲਾਈਮੇਟ ਦੇ ਵਿੱਚ ਆਉਂਦਾ ਵਾ, ਜਿਹੜਾ ਐਗਰੀਕਲਚਰ ਜਿਹੜਾ ਮੇਨ ਐਕੂਪੇਸ਼ਨ ਆ ਉਹਦੇ ਲਈ ਬਹੁਤ ਜ਼ਰੂਰੀ ਆ। ਪਰ ਇਹ ਫਿਰ ਵੀ ਕੀ ਆ ਇਹ ਇੱਕ ਯੂਨੀਫਾਰਮ ਜਿਹੜੀਆਂ ਰੇਂਜ ਆ ਜਾਂ ਇਹ ਸੀਜ਼ਨ ਆ ਯੂਨੀਫਾਰਮ ਸੀਕੁਐਂਸ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਘੁੰਮਦਾ ਵਾ। what has been to the contribution of to the natural diversity towards of the natural variations in countries। ਕਹਿੰਦੇ ਕਿਸ ਤਰੀਕੇ ਨਾਲ ਜਿਹੜਾ ਨੈਚੁਰਲ ਭਿੰਨਤਾਵਾਂ ਨੇ ਉਹ ਕਿਸ ਤਰੀਕੇ ਨਾਲ ਕਲਚਰਲ ਭਿੰਨਤਾਵਾਂ ਦੇ ਵਿੱਚ ਹੈਲਪ ਕਰਦਾ ਵਾ ਇੰਡੀਆ ਦੀ ਜਾਂ ਕੰਟਰੀ ਦੇ ਵਿੱਚ। ਜਾਂ ਨੈਚੁਰਲ ਡੇਵੀਏਸ਼ਨ is the degree of variation of the life forms of to the within the given species ecosystems of volumes and an entire plants
The natural must be managed so that the natural occupation occupying plants and animals in the Norway can to be a safeguard of the visible numbers ਵੀ ਜਿਹੜਾ natural deviation ਆ ਉਹਦੀ ਡਿਗਰੀ ਜਿਹੜੀ ਆ ਵੇਰੀਏਸ਼ਨ ਯਾਨੀ ਕਿ ਭਿੰਨਤਾਵਾਂ ਦੇ ਬੜੇ ਡਿਫਰੈਂਟ ਨੇ ਜਿਵੇਂ ਕਿ ਉੱਥੇ ਕੀ ਆ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਉਹ ਪੇੜ ਪੌਦੇ ਮਿਲਦੇ ਆ ਜਾਨਵਰ ਮਿਲਦੇ ਆ ਇਕੋਸਿਸਟਮ ਹੈਗਾ ਵਾ ਤੇ ਇੰਟਾਇਰ ਪਲਾਂਟ ਦੇ ਵਿੱਚ ਵੀ ਜਿਹੜਾ ਨੇਚਰ ਆ ਉਹਨੇ ਮੈਨੇਜ ਕੀਤਾ ਹੋਇਆ ਵੀ ਕਿਸ ਤਰੀਕੇ ਨਾਲ ਪਲਾਂਟ ਤੇ ਐਨੀਮਲ ਨੂੰ ਉੱਥੇ ਲੈ ਕੇ ਜਾਣਾ ਵਾ ਤੇ ਉਹ ਕਿਸ ਤਰੀਕੇ ਨਾਲ ਉਹਨਾਂ ਨੂੰ ਸੰਭਾਲਣਾ ਵਾ ਇਹ ਸਾਰਾ ਕੁਝ ਕੁਦਰਤ ਦੁਆਰਾ ਹੋਇਆ ਹੀ ਹੋਇਆ ਇਹ ਤੁਹਾਨੂੰ ਦੱਸਿਆ ਵਾ ਵੀ ਜਿਹੜਾ ਇੰਡੀਆ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਭਿੰਨਤਾਵਾਂ ਨੇ ਕਈ ਧਰਮ ਦੇ ਲੋਕ ਰਹਿੰਦੇ ਆ ਪਰ ਫਿਰ ਵੀ ਉਹ ਇੰਡੀਆ ਨੂੰ ਪਿਆਰ ਕਰਦੇ ਆ ਤਾਂ ਇਹ ਪਿਕਚਰ ਦੇ ਵਿੱਚ ਤੁਹਾਨੂੰ ਇਹ ਸ਼ੋਅ ਕੀਤਾ ਜਾ ਰਿਹਾ ਵਾ ਨੈਕਸਟ ਹੈਗਾ ਨੈਕਸਟ ਕੁਐਸਚਨ ਵੈਨ ਦੀ sun is rise into the ਅਰੁਣਾਚਲ ਪ੍ਰਦੇਸ਼ there was a still night in ਗੁਜਰਾਤ ਐਕਸਪਲੇਨ ਵੀ ਕਿ ਜਦੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਨ ਨਿਕਲਦਾ ਵਾ ਤਾਂ ਹਲੇ ਗੁਜਰਾਤ ਦੇ ਵਿੱਚ ਹਲੇ ਵੀ ਹਨੇਰਾ ਹੁੰਦਾ ਕਿਉਂ there is to the sunrise into the Arunachal Pradesh and Gujarat has been still to our left to of the night ਕਹਿੰਦੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੋ ਸੂਰਜ ਨਿਕਲਦਾ ਹੁੰਦਾ ਹਲੇ ਫਿਰ ਵੀ 2 ਘੰਟੇ ਰਹਿੰਦੇ ਹੁੰਦੇ ਆ ਰਾਤ ਦੇ ਗੁਜਰਾਤ ਦੇ ਵਿੱਚ there is a difference of to the 4 minutes in the 1 degree longitude ਵੀ ਇਹਦੇ ਵਿੱਚ 4 ਮਿੰਟ ਦਾ ਡਿਫਰੈਂਸ ਆ 1 ਡਿਗਰੀ longitude ਦਾ therefore there is a difference of the time of 2 hours ਤਾਂ ਕਰਕੇ ਇੱਥੇ ਕੀ ਆ 2 ਘੰਟਿਆਂ ਦਾ ਡਿਫਰੈਂਸ ਮੰਨਿਆ ਜਾਂਦਾ ਦੀ sun takes to the 2 hours of to the rise in Gujarat after it has been risen in ਅਰੁਣਾਚਲ ਪ੍ਰਦੇਸ਼ ਵੀ ਜਿਹੜਾ ਇੱਥੇ ਸੂਰਜ ਚੜ੍ਹਨ ਦੇ ਲਈ ਗੁਜਰਾਤ ਨੂੰ 2 ਘੰਟੇ ਬਾਅਦ ਹੁੰਦਾ ਵਾ ਜਦੋਂ ਕਿ ਸੂਰਜ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚੜ੍ਹ ਚੁੱਕਿਆ ਹੁੰਦਾ ਵਾ ਨੈਕਸਟ ਲਾਸਟ ਕੁਐਸਚਨ ਆਇਆ ਇਸ ਵੀਡੀਓ ਦਾ ਵਟ ਇਜ਼ ਦੀ ਪਲੇਸ ਆਫ ਟੂ ਦੀ ਇੰਡੀਆ ਅਮੰਗਸਟ ਟੂ ਦੀ SAARC countries SAARC countries ਦੇ ਵਿੱਚ ਇੰਡੀਆ ਦੀ ਕੀ places ਆ India has been an important place of the group of the SAARC countries they are representing of the some important data about to the SAARC nation ਵੀ ਇੰਡੀਆ ਦੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਪਲੇਸ ਹੈ ਇਸ ਗਰੁੱਪ ਦੇ ਵਿੱਚ ਤੇ ਇੰਡੀਆ ਕਈ ਇੰਪੋਰਟੈਂਟ ਡਾਟਾ ਨੂੰ ਰਿਪਰੈਜ਼ੈਂਟ ਕਰਦਾ ਵਾ ਨੇਸ਼ਨ ਜਿਵੇਂ ਇੰਡੀਆ ਪਾਕਿਸਤਾਨ ਨੇਪਾਲ ਅਫਗਾਨਿਸਤਾਨ ਭੂਟਾਨ ਸ਼੍ਰੀਲੰਕਾ ਮਾਲਦੀਵ ਐਂਡ ਅਫਗਾਨਿਸਤਾਨ ਇਹ 8 ਕੰਟਰੀਆਂ ਜਿਹੜੀਆਂ ਨੇ ਉਹ SAARC ਸੰਮੇਲਨ ਨੂੰ ਬਣਾਉਂਦੀਆਂ ਨੇ ਤੇ ਕੰਟਰੀਜ਼ ਬਣਾਉਂਦੇ ਆ ਜਿਹੜੇ ਕਿ ਇੱਕ ਦੂਜੇ ਦੀ ਹੈਲਪ ਕਰਦੀਆਂ ਨੇ ਇਹ ਸੀ ਸਾਡੀ ਵੀਡੀਓ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਮੈਂ ਇਹਦੇ ਵਿੱਚ ਜਿਹੜੇ ਕੁਐਸਚਨ ਆਨਸਰ ਤੁਹਾਨੂੰ ਇੱਥੇ ਦੱਸੇ ਨੇ ਤੁਸੀਂ ਇਹਨਾਂ ਨੂੰ ਕਾਪੀ ਦੇ ਉੱਤੇ ਵੀ ਨੋਟ ਡਾਊਨ ਕਰ ਸਕਦੇ ਹੋ ਜੇਕਰ ਕਿਸੇ ਦਾ ਰਹਿੰਦਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਵਾ ਜੇਕਰ ਫਿਰ ਵੀ ਤੁਹਾਨੂੰ ਰਿਵੀਜ਼ਨ ਟਾਈਮ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੇਰੀ ਫਸਟ ਵੀਡੀਓ ਦੇ ਵਿੱਚ ਜਿਹੜਾ ਪੂਰਾ ਚੈਪਟਰ ਨੂੰ ਟ੍ਰਾਂਸਲੇਟ ਕੀਤਾ ਗਿਆ ਉਹ ਦੇਖ ਸਕਦੇ ਹੋ ਤੇ ਮੇਰੀ ਆਹ ਟ੍ਰਾਂਸਲੇਸ਼ਨ ਨੂੰ ਫਿਰ ਤੋਂ ਦੇਖ ਸਕਦੇ ਹੋ ਜੇਕਰ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਇਹਦੇ ਜਿਹੜੇ ਲੌਂਗ ਕੁਐਸਚਨ ਨੇ ਮੈਂ ਟਰਾਈ ਕਰਾਂਗਾ ਵੀ ਉਹ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਅਪਲੋਡ ਕਰਕੇ ਉਹ ਵੀ ਸਮਝਾ ਦਾਂ ਤਾਂ ਜੋ ਤੁਹਾਨੂੰ ਇਹ ਸਮਝਾਉਣ ਦੇ ਵਿੱਚ ਈਜ਼ੀ ਹੋਵੇ ਤੇ ਤੁਸੀਂ ਈਜ਼ੀਲੀ ਉਹ ਸਾਰੀਆਂ ਚੀਜ਼ਾਂ ਨੂੰ ਕਰ ਸਕੋ ਤੇ ਮੇਰੀ ਜਿਹੜੇ ਪਹਿਲੀ ਵਾਰ ਮੇਰੇ ਚੈਨਲ ਦੇ ਉੱਤੇ ਆਏ ਹਨ ਉਹ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਸ਼ੇਅਰ ਕਰਨ ਤੇ ਲਾਈਕ ਕਰਨ ਜੇਕਰ ਵੀਡੀਓ ਵਧੀਆ ਲੱਗੀ ਥੈਂਕਸ ਅ ਲੋਟ ਫॉर ਵਾਚਿੰਗ ਮਾਈ ਵੀਡੀਓ